ਸਤਿ ਸ਼੍ਰੀ ਅਕਾਲ, ਨਮਸਕਾਰ। ਪੰਜਾਬ ਤੱਕ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੈ ਨੂੰ। ਅੱਜ ਦੇ ਬੁਲੇਟਿਨ ਵਿੱਚ ਗੱਲ ਕਰਾਂਗੇ ਰਾਜਨੀਤ ਦੇ ਕੀਚੜ ਦੀ। ਰਾਜਨੀਤ ਹੁਣ ਇੱਕ ਨਵੇਂ ਮੋੜ ਤੇ ਪਹੁੰਚ ਗਈ ਹੈ ਤੇ ਲੀਡਰਸ ਇੱਕ ਦੂਜੇ ਤੇ ਕੀਚੜ ਉਛਾਲਣੇ ਵਿੱਚ ਲੱਗੇ ਹੋਏ ਨੇ। ਗੱਲ ਪੰਜਾਬ ਕਾਂਗਰਸ ਦੇ ਮੁਖੀ ਨਵਜੋਤ ਸਿੱਧੂ ਦੀ ਕਰ ਲੈਂਦੇ ਆ, ਜਿਨ੍ਹਾਂ ਨੇ 15 ਅਗਸਤ ਨੂੰ ਆਜ਼ਾਦੀ ਦੇ ਦਿਹਾੜੇ ਦੇ ਦਿਨ ਇਹ ਕਿਹਾ ਸੀ ਕਿ ਉਹ ਬਾਦਲਾਂ ਦੇ ਹੋਟਲਸ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਕਨਵਰਟ ਕਰਾਂਗੇ ਤੇ ਬਾਦਲ ਪਰਿਵਾਰ ਦੀ ਜਿਹੜੀਆਂ ਬੱਸਾਂ ਨੇ ਉਹ ਕਾਲਾ ਧੂਆਂ ਛੱਡਣਗੀਆਂ। ਹੋਰ ਵੀ ਉਹਨਾਂ ਨੇ ਬਹੁਤ ਸਾਰੀ ਬਿਆਨਬਾਜ਼ੀਆਂ ਕੀਤੀਆਂ। ਉਹਨਾਂ ਨੇ ਬਿਕਰਮ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਤੇ ਸੁਖਵੀਰ ਬਾਦਲ ਨੂੰ ਨਿਸ਼ਾਨਾ ਬਣਾਇਆ ਤੇ ਇਹ ਵੀ ਕਿਹਾ ਕਿ ਉਹ ਇਹਨਾਂ ਦੇ ਧੌਣ ਤੇ ਗੋਡਾ ਰੱਖਣਗੇ। ਫਿਰ ਅਕਾਲੀ ਦਲ ਦਾ ਬਿਆਨ ਆ ਗਿਆ। ਅਕਾਲੀ ਦਲ ਨੇ ਵੀ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਪੁੱਠਾ ਟੰਗਣਗੇ। ਆਮ ਆਦਮੀ ਪਾਰਟੀ ਹੁਣ ਸਿੱਧੂ ਤੇ ਇਹ ਐਲੀਗੇਸ਼ਨ ਲਾ ਰਹੀ ਹੈ ਕਿ ਜਦੋਂ ਤੱਕ ਤੁਸੀਂ ਪ੍ਰਧਾਨ ਨਹੀਂ ਸੀ, ਤੁਸੀਂ ਸ਼ਰਾਬ ਮਾਫੀਆ ਤੇ ਰੇਟ ਮਾਫੀਆ ਦੀ ਵੱਡੀ ਗੱਲ ਕਰਦੇ ਸੀ ਤੇ ਹੁਣ ਤੁਸੀਂ ਪ੍ਰਧਾਨ ਬਣ ਗਏ ਤੇ ਪਹਿਲਾ ਦਿਨ ਹੀ ਤੁਸੀਂ ਸ਼ਰਾਬ ਮਾਫੀਆ ਵਾਲੇ ਦੀ ਗੱਡੀ ਤੇ ਸਵਾਰ ਹੋ ਗਏ ਤੇ ਰੇਤ ਮਾਫੀਆ ਵਾਲੇ ਦੇ ਘਰ ਤੇ ਤੁਸੀਂ ਡਿਨਰ ਕਰ ਰਹੇ ਹੋ। ਇਹ ਆਮ ਆਦਮੀ ਪਾਰਟੀ ਦਾ ਐਲੀਗੇਸ਼ਨ ਨਵਜੋਤ ਸਿੱਧੂ ਤੇ ਹੈ ਤੇ ਅਕਾਲੀ ਦਲ ਹੁਣ ਹੋਰ ਅੱਗੇ ਵੱਧ ਗਿਆ। ਅਕਾਲੀ ਦਲ ਨੇ ਭਗਵੰਤ ਮਾਨ ਨੂੰ ਤੇ ਨਵਜੋਤ ਸਿੱਧੂ ਨੂੰ ਨਾਨ ਸੀਰੀਅਸ ਪੋਲੀਟੀਸ਼ੀਅਨ ਕਹਿ ਦਿੱਤਾ ਹੈ। ਅਕਾਲੀ ਦਲ ਦਾ ਜਿਹੜਾ ਵੱਡਾ ਐਲੀਗੇਸ਼ਨ ਨਵਜੋਤ ਸਿੰਘ ਸਿੱਧੂ ਤੇ ਹੈ ਉਹ ਇਹ ਕਿ ਤੁਸੀਂ ਹੁਣ ਲੋਕਾਂ ਨੂੰ 3 ਰੁਪਏ ਪਰ ਯੂਨਿਟ ਬਿਜਲੀ ਦੇਣ ਦੀ ਗੱਲ ਕਰ ਰਹੇ ਹੋ। ਤੁਹਾਨੂੰ ਤਾਂ ਬਿਜਲੀ ਮੰਤਰੀ ਬਣਾਇਆ ਗਿਆ ਸੀ, ਫਿਰ ਤੁਸੀਂ ਕਿਉਂ ਭੱਜ ਗਏ? ਜੇ ਤੁਸੀਂ ਬਿਜਲੀ ਮੰਤਰੀ ਬਣ ਜਾਂਦੇ ਤੇ ਫਿਰ ਹੋ ਸਕਦਾ ਹੈ ਜਿਹੜੀ ਤੁਸੀਂ ਚੇਂਜ ਦੀ ਜਾਂ ਫਿਰ ਜਿਹੜੀ ਬਦਲਾਅ ਦੀ ਜਾਂ ਫਿਰ ਜਿਹੜੀ ਗਲਤੀਆਂ ਤੁਸੀਂ ਕੱਢਣ ਵਿੱਚ ਲੱਗੇ ਹੋ ਤੁਸੀਂ ਆਪ ਉਸ ਦਾ ਕੋਈ ਹੱਲ ਨਿਕਾਲ ਦਿੰਦੇ। ਲੇਕਿਨ ਤੁਸੀਂ ਤਾਂ ਭੱਜ ਗਏ, ਤੁਸੀਂ ਤਾਂ ਕੰਮ ਹੀ ਨਹੀਂ ਕੀਤਾ। ਤੁਹਾਨੂੰ ਬਿਜਲੀ ਮਹਿਕਮਾ ਆਫਰ ਕੀਤਾ ਗਿਆ ਸੀ ਕੈਪਟਨ ਦੁਆਰਾ ਤੇ ਤੁਸੀਂ ਤਾਂ ਉਸ ਨੂੰ ਐਕਸੈਪਟ ਹੀ ਨਹੀਂ ਕੀਤਾ। ਖਾਲੀ ਰਿਹਾ ਤੁਹਾਡਾ ਮਹਿਕਮਾ। ਅੱਜ ਦੀ ਡੇਟ ਤੇ ਵੀ ਖਾਲੀ ਹੈ, ਕੈਪਟਨ ਦੇ ਕੋਲ। ਦੂਜਾ ਸਵਾਲ ਕਾਂਗਰਸ ਤੇ ਇਹ ਚੁੱਕਿਆ ਜਾ ਰਿਹਾ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜਦ ਤੁਹਾਡੀ ਸਰਕਾਰ ਆਏਗੀ ਤੇ ਤੁਸੀਂ 3 ਰੁਪਏ ਪਰ ਯੂਨਿਟ ਕਰਾਂਗੇ। ਤਾਂ ਹਾਲੇ ਵੀ ਤਾਂ ਤੁਹਾਡੀ ਸਰਕਾਰ ਕੀ ਹੋ, ਤੁਹਾਡੀ ਸਰਕਾਰ ਨੂੰ ਹੁਣ ਕਿਉਂ ਨਹੀਂ ਕਰ ਰਹੇ ਹੋ? ਜੇ ਤੁਸੀਂ ਕਰ ਸਕਦੇ ਹੋ, ਤੁਹਾਡੀ ਸਮਰਥ ਹੈ ਤਾਂ ਹੁਣ ਕਰ ਦਿਓ। ਇਹ ਬਿਜਲੀ ਫ੍ਰੀ ਦੇਣ ਦਾ ਜਿਹੜਾ ਵਾਅਦਾ ਹੈ, ਪੋਲ ਪ੍ਰੋਮਿਸ ਹੈ, ਇਟ ਇਜ਼ ਨਾਟ ਲਿਮਿਟਡ ਟੂ ਕਾਂਗਰਸ ਓਨਲੀ। ਆਮ ਆਦਮੀ ਪਾਰਟੀ ਪਹਿਲਾਂ ਹੀ 300 ਯੂਨਿਟ ਫ੍ਰੀ ਦੇਣ ਦੀ ਗੱਲ ਕਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਅਨਾਉਂਸ ਕਰ ਦਿੱਤਾ ਹੈ ਕਿ ਅਸੀਂ ਤਾਂ 400 ਯੂਨਿਟ ਦੇਵਾਂਗੇ। ਸੱਚਾਈ ਇਹ ਹੈ ਕਿ ਪੰਜਾਬ ਦੇ ਕੋਲ ਜ਼ਰੂਰਤ ਦੇ ਮੁਤਾਬਿਕ ਬਿਜਲੀ ਹੀ ਹੈ ਨਹੀਂ। ਜੇ ਬਿਜਲੀ ਹੁੰਦੀ ਤਾਂ ਫਿਰ ਤੁਹਾਨੂੰ ਕੱਟ ਲਗਾਉਣ ਦੀ ਲੋੜ ਕੀ ਸੀ? ਤੁਸੀਂ ਇੰਡਸਟਰੀਜ਼ ਦੀ ਬਿਜਲੀ ਬੰਦ ਕਰ ਦਿੱਤੀ, ਕਿਸਾਨਾਂ ਨੂੰ ਬਿਜਲੀ ਨਹੀਂ ਦੇ ਸਕੇ ਕਿਉਂਕਿ ਉਹਨਾਂ ਦੀ ਜਿਹੜੀ ਫਸਲ ਹੈ ਬਿਜਲੀ ਨਾ ਹੋਣ ਦੇ ਚੱਲਦਿਆਂ ਖਰਾਬ ਹੋ ਗਈ। ਘਰਾਂ ਵਿੱਚ ਕੱਟਣ ਲੱਗੇ, ਜਿਹੜੇ ਡੋਮੈਸਟਿਕ ਕਨੈਕਸ਼ਨ ਸੀ ਉਹਨਾਂ ਨੂੰ ਬਿਜਲੀ ਨਹੀਂ ਮਿਲੀ ਤੇ ਬਿਜਲੀ ਤੇ ਤੁਸੀਂ ਪੋਲਿਟਿਕਸ ਖੇਲ ਰਹੇ ਹੋ। ਸੱਚਾਈ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਹੈ ਨਹੀਂ। ਜਿਹੜੇ ਥਰਮਲ ਪਾਵਰ ਪਲਾਂਟ ਤੁਸੀਂ ਕਰਾਰ ਕੀਤੇ ਸੀ ਕੰਪਨੀਆਂ ਦੇ ਨਾਲ ਉਹ ਡਿਫੰਕਟ ਪਏ ਨੇ ਤੇ ਉਹਨਾਂ ਦੀ ਬਿਜਲੀ ਬਹੁਤ ਮਹਿੰਗੀ ਹੈ, ਤੁਹਾਨੂੰ ਮਹਿੰਗੀ ਪੈ ਰਹੀ ਹੈ। ਮਾਰਕੀਟ ਦੇ ਵਿੱਚ ਇਹ ਸੱਚ ਹੈ ਕਿ ਬਿਜਲੀ ਬਹੁਤ ਸਸਤੀ ਮਿਲ ਰਹੀ ਹੈ ਤੇ ਪੰਜਾਬ ਸਰਕਾਰ ਦੇ ਜਿਹੜੇ ਪੁਰਾਣੇ ਐਗਰੀਮੈਂਟ ਨੇ ਉਹ ਹੁਣ ਸਰਕਾਰ ਨੂੰ ਵੀ ਮਹਿੰਗੇ ਪੈ ਰਹੇ ਨੇ। ਇਸ ਬਿਜਲੀ ਤੋਂ ਇਲਾਵਾ ਜਿਹੜਾ ਦੂਜਾ ਪ੍ਰੋਮਿਸ ਕੀਤਾ ਜਾ ਰਿਹਾ ਉਹ ਹੈਗਾ ਨੌਕਰੀਆਂ ਦਾ। ਅਕਾਲੀ ਦਲ ਵੀ ਕਹਿ ਰਿਹਾ ਕਿ ਉਹ ਨੌਕਰੀਆਂ ਦੇਵੇਗਾ। ਕੈਪਟਨ ਅਮਰਿੰਦਰ ਜਦੋਂ 2017 ਦਾ ਇਲੈਕਸ਼ਨ ਲੜ ਰਹੇ ਸੀ ਤਾਂ ਕਾਂਗਰਸ ਦੇ ਮੈਨੀਫੈਸਟੋ ਵਿੱਚ ਕਿਹਾ ਗਿਆ ਸੀ ਹਰ ਘਰ ਨੂੰ ਨੌਕਰੀ ਦਿੱਤੀ ਜਾਏਗੀ। ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਕੈਪਟਨ ਸਾਹਿਬ ਨੇ ਜਿਨ੍ਹਾਂ ਨੂੰ ਪ੍ਰੋਮਿਸ ਕੀਤਾ ਸੀ ਨੌਕਰੀਆਂ ਨਹੀਂ ਦੇ ਪਾਏ ਤਾਂ ਅਸੀਂ ਦੇਵਾਂਗੇ। ਇਹ ਅਰਵਿੰਦ ਕੇਜਰੀਵਾਲ ਕਹਿ ਕੇ ਗਏ ਸੀ ਨੌਕਰੀਆਂ ਤਾਂ ਦੇਵਾਂਗੇ, ਲੇਕਿਨ ਕਿੱਥੇ ਤੇ? ਤੁਹਾਡੇ ਕੋਲ ਪੈਸਾ ਤਾਂ ਹੈ ਨਹੀਂ। ਇੱਥੇ ਨਵਜੋਤ ਸਿੰਘ ਸਿੱਧੂ ਇੱਕ ਵੱਡੀ ਪਤੇ ਦੀ ਗੱਲ ਕਰ ਰਹੇ ਨੇ। ਉਹ ਗੱਲ ਹੈ ਪੰਜਾਬ ਸਰਕਾਰ ਦਾ ਰੈਵਨਿਊ ਵਧਾਉਣ ਦੀ ਗੱਲ। ਨਵਜੋਤ ਸਿੱਧੂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮਾਫੀਆਜ਼ ਨੇ, ਸੈਂਡ, ਲਿਕਰ ਜਾਂ ਫਿਰ ਦੂਜੇ ਮਾਫੀਆਜ਼ ਜਿਹੜੇ ਰੈਵਨਿਊ ਨੂੰ ਢਾਹ ਲਾ ਰਹੇ ਨੇ, ਰੈਵਨਿਊ ਜਨਰੇਸ਼ਨ ਨੂੰ ਇੰਪੈਕਟ ਉਹਨਾਂ ਦਾ ਪੈ ਰਿਹਾ ਕਿਉਂਕਿ ਜ਼ਿਆਦਾਤਰ ਪੈਸਾ ਤਾਂ ਸਰਕਾਰ ਦੇ ਜਿਹੜੇ ਖਜ਼ਾਨੇ ਵਿੱਚ ਆਉਣਾ ਸੀ ਉਹ ਤਾਂ ਲੋਕਾਂ ਦੀ ਜੇਬ 'ਚ ਜਾ ਰਿਹਾ। ਤੇ ਸਿੱਧੂ ਦਾ ਇਹ ਮੰਨਣਾ ਹੈ ਕਿ ਜੇ ਅਸੀਂ ਸ਼ਰਾਬ ਮਾਫੀਆ ਤੇ ਕਾਬੂ ਪਾ ਕੇ ਕੰਟਰੋਲ ਕਰੀਏ ਤਾਂ ਜਿਹੜਾ ਰੈਵਨਿਊ ਦਾ ਲਾਸ ਹੈ ਉਹ ਪੂਰਾ ਕੀਤਾ ਜਾ ਸਕਦਾ ਹੈ ਤੇ 35-40 ਹਜ਼ਾਰ ਕਰੋੜ ਰੁਪਈਆ ਜਿਹੜਾ ਸਾਲ ਦਾ ਹੈ ਐਨੂਅਲ ਸਰਕਾਰ ਦੇ ਰੈਵਨਿਊ ਰਸੀਟਸ ਉਹ ਹੋ ਸਕਦੀਆਂ ਨੇ। ਜੇ ਤੁਹਾਡੇ ਕੋਲ ਇੰਨੀ ਰਸੀਟਸ ਆ ਗਈਆਂ ਫਿਰ ਤੁਸੀਂ ਨੌਕਰੀਆਂ ਵੀ ਦੇ ਸਕਦੇ ਹੋ। ਜਿਹੜੀਆਂ ਤੁਸੀਂ ਵੈਲਫੇਅਰ ਸਕੀਮਾਂ ਸ਼ੁਰੂ ਕਰਨੀਆਂ
ਉਹ ਵੀ ਆਰਾਮ ਨਾਲ ਕਰ ਸਕਦੇ ਹੋ। ਲੇਕਿਨ ਬਿਨਾਂ ਰਿਸੋਰਸਿਸ ਤੇ ਜਾਂ ਫਿਰ ਖਾਲੀ ਖਜ਼ਾਨੇ ਦੇ ਚਲਦਿਆਂ ਕਿਵੇਂ ਤੁਸੀਂ ਇਹ ਪੋਲ ਪ੍ਰੋਮਿਸਸ ਪੂਰੀ ਕਰਨਗੇ? ਇਹ ਨਵਜੋਤ ਸਿੰਘ ਸਿੱਧੂ ਦਾ ਬੜਾ ਵਾਜਿਬ ਬਿਆਨ ਹੈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਚੁੱਪ ਹੈ। ਹਾਲਾਂਕਿ ਕੇਜਰੀਵਾਲ ਨੇ ਵੀ ਇਸ ਤਰ੍ਹਾਂ ਦਾ ਹਿੰਟ ਦਿੱਤਾ ਸੀ ਕਿ ਅਸੀਂ ਜਿਹੜਾ ਰੈਵਨਿਊ ਲਾਸਿਸ ਹੈ ਉਹਨਾਂ ਤੇ ਹੁਣ ਪਾਰ ਪਾ ਕੇ ਜਿਹੜਾ ਰੈਵਨਿਊ ਸਰਕਾਰ ਦਾ ਵਧਾਵਾਂਗੇ। ਕੈਪਟਨ ਸਰਕਾਰ ਤਾਂ ਹੋ ਗਈ ਫੇਲ, ਕਿਉਂਕਿ ਇਹ ਐਲੀਗੇਸ਼ਨ ਸੀ ਕਿ ਬਹੁਤ ਸਾਰੇ ਮੰਤਰੀ ਐਮਐਲਏਜ਼ ਉਹਨਾਂ ਦੇ ਆਪ ਦੇ ਸਟੋਨ ਕਰਸ਼ਰ ਚੱਲਦੇ, ਉਹਨਾਂ ਦੇ ਆਪ ਦੇ ਸ਼ਰਾਬ ਦੇ ਠੇਕੇ ਨੇ, ਉਹਨਾਂ ਦੇ ਆਪ ਦੀਆਂ ਰੇਤਾਂ ਦੀਆਂ ਖਾਨਾਂ ਚੱਲਦੀਆਂ, ਤਾਂ ਫਿਰ ਸਰਕਾਰ ਦਾ ਜਿਹੜਾ ਪੈਸਾ ਹੈ ਰੈਵਨਿਊ ਕਿੱਥੇ ਤੇ ਜਨਰੇਟ ਹੋਏਗਾ। ਐਸਾ ਅੱਜ ਦਾ ਬੁਲੇਟਿਨ ਅਸੀਂ ਡਿਸਕਸ ਕੀਤਾ ਕਿ ਕਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਹੁਣ ਚੁਣਾਵੀ ਜਿਹੜਾ ਬੇਲਾ ਆ ਰਹੀ ਹੈ ਉਸ ਨੂੰ ਸਾਹਮਣੇ ਰੱਖਿਆ, ਕਿਸ ਤਰ੍ਹਾਂ ਹੁਣ ਟੁਕੜੇ ਸੱਟੀ ਜਾ ਰਹੇ ਨੇ ਵੋਟਰਾਂ ਦੇ ਅੱਗੇ। ਤੁਹਾਨੂੰ 300 ਯੂਨਿਟ ਦੇਵਾਂਗੇ, ਤੁਹਾਨੂੰ 400 ਦੇਵਾਂਗੇ, ਤੁਹਾਨੂੰ ਨੌਕਰੀ ਦੇਵਾਂਗੇ, ਤੁਹਾਨੂੰ ਇਹ ਦੇਵਾਂਗੇ, ਤੁਹਾਨੂੰ ਉਹ ਦੇਵਾਂਗੇ। ਪੈਸਾ ਹੈ ਨਹੀਂ, ਖਜ਼ਾਨਾ ਖਾਲੀ ਹੈ। ਪਹਿਲਾਂ ਤੁਸੀਂ ਖਜ਼ਾਨਾ ਭਰਨੇ ਦੀ ਗੱਲ ਕਰੋ, ਕਰਪਸ਼ਨ ਨੂੰ ਰੋਕੋ, ਤਾਂ ਹੀ ਤੁਸੀਂ ਖਜ਼ਾਨਾ ਭਰ ਕੇ ਇਹ ਸਾਰੀ ਪ੍ਰੋਮਿਸਿਸ ਕਰ ਸਕਦੇ ਨੇ। ਜੇ ਤੁਸੀਂ ਨਹੀਂ ਕੀਤੀਆਂ ਤਾਂ ਫਿਰ ਇਹ ਪੋਲ ਪ੍ਰੋਮਿਸਿਸ ਸਿਰਫ ਕਾਗਜ਼ਾਂ ਤੱਕ ਹੀ ਰਹਿ ਜਾਣਗੀਆਂ। ਕਿਵੇਂ ਜਿਹਾ ਲੱਗਿਆ ਤੁਹਾਨੂੰ ਸਾਡਾ ਬੁਲੇਟਿਨ? ਸ਼ੇਅਰ ਕਰੋ, ਕਮੈਂਟ ਵੀ ਕਰੋ, ਤਾਂ ਕਿ ਤੁਹਾਡੀ ਗੱਲ ਜ਼ਿਆਦਾ ਲੋਕਾਂ 'ਚ ਪਹੁੰਚਦੀ ਹੋਵੇ, ਨਾਲ ਪਹੁੰਚੇਗੀ ਹੁਕਮਰਾਨਾਂ ਦੇ ਕੰਨਾਂ ਦੇ ਵਿੱਚ।